हाय वेलकम बैक टू द सैकेंड पार्ट ऑफ द वीडियो सीरीज़ ਜਿਹਦੇ ਵਿੱਚ ਆਪਾਂ ਸੋਲਵ ਕਰ ਰਹੇ ਹਾਂ 2016 ਦਾ ਇਕਨੋਮਿਕਸ ਦਾ ਪ੍ਰੀਵੀਅਸ ਈਅਰ ਕੁਐਸਚਨ ਪੇਪਰ 26th ਕੁਐਸਚਨ ਹੈ ਸਾਡੇ ਕੋਲੇ ਦ ਸਲੋਪ ਆਫ AC ਇਜ਼ ਗਿਵਨ ਬਾਏ AC ਕਰਵ ਦਾ ਸਲੋਪ ਕੱਢਣ ਦੇ ਲਈ ਕੀ ਕਰਦੇ ਆਪਾਂ AC ਇਜ਼ ਇਕੁਅਲ ਟੂ ਟੋਟਲ ਕੋਸਟ ਡਿਵਾਈਡ ਬਾਈ Q ਇਹਦਾ ਸਲੋਪ ਕੱਢਾਂਗੇ ਮਤਲਬ ਕੀ ਹੈ ਡੈਰੀਵੇਟਿਵ ਕਰਾਂਗੇ ਆਪਾਂ DQ TC upon Q ਹੁਣ ਇਹ ਡੈਰੀਵੇਟਿਵ ਜਿਹੜਾ ਹੈਗਾ ਕੁਐਸਚਨ ਟੂਲ ਇਹਦੇ ਵਿੱਚ ਲੱਗੂਗਾ Q ਸਕੁਅਰ ਉੱਪਰ ਆਪਾਂ ਲਿਖਾਂਗੇ Q ਐਜ਼ ਇਟ ਇਜ਼ ਟੋਟਲ ਕੋਸਟ ਦਾ ਡੈਰੀਵੇਟਿਵ ਜਿਹੜਾ ਕਿ ਹੁੰਦਾ ਮਾਰਜਨਲ ਕੋਸਟ ਮਾਈਨਸ ਟੋਟਲ ਕੋਸਟ ਐਜ਼ ਇਟ ਇਜ਼ Q ਦਾ ਡੈਰੀਵੇਟਿਵ ਜਿਹੜਾ ਕਿ ਹੋਊਗਾ 1 ਸਾਡੇ ਕੋਲ ਇਕੁਏਸ਼ਨ ਆ ਜਾਂਦੀ ਹੈ Q ਇੰਟੂ MC ਮਾਈਨਸ TC ਡਿਵਾਈਡ ਬਾਏ Q ਸਕੁਅਰ ਉੱਪਰ ਵਾਲੇ ਹਿੱਸੇ ਵਿੱਚ ਆਪਾਂ ਕੀ ਕਰਾਂਗੇ Q ਕੋਮਨ ਲੈ ਲਾਂਗੇ MC ਮਾਈਨਸ ਟੋਟਲ ਕੋਸਟ ਵਿੱਚ ਜਦੋਂ ਆਪਾਂ Q ਕੋਮਨ ਕੀਤਾ ਤਾਂ ਟੋਟਲ ਕੋਸਟ ਦੇ ਨੀਚੇ ਕੀ ਲੱਗ ਗਿਆ Q ਲੱਗ ਗਿਆ ਤੈਨੂੰ ਮੈਂ ਕੀ ਲਿਖ ਰਿਹਾ ਐਵਰੇਜ ਕੋਸਟ ਡਿਵਾਈਡ ਬਾਈ Q ਸਕੁਅਰ Q ਨਾਲ Q ਕੱਟ ਗਿਆ ਮੇਰੇ ਕੋਲ ਆ ਗਿਆ ਆਨਸਰ MC ਮਾਈਨਸ AC ਡਿਵਾਈਡ ਬਾਈ Q ਤੇ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਨੰਬਰ B 1 divided by Q MC minus AC 27th is consumption function ਜਿਹੜਾ ਹੈਗਾ ਦਿੱਤਾ ਹੋਇਆ C is equal to 100 plus 0.8y the value of multiplier ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲੇ ਆਪਾਂ ਕੀ ਕੱਢਾਂਗੇ MPC ਕਿੰਨਾ ਹੈ 0.8 ਮਲਟੀਪਲਾਇਰ ਦਾ ਫਾਰਮੂਲਾ ਕੀ ਹੁੰਦਾ ਹੈ autonomous multiplier is equal to 1 upon 1 minus C 1 बटा 1 minus 0.8 1 डिवाइड बाय 1 minus 0.8 बन जाऊँगा मेरा 0.2 पॉइंट हटाने के लिए ऊपर मैं 0 लगा दूंगा 10 डिवाइड बाय 2 कट के आ गया मेरे को आंसर 5 तो मेरा मल्टीप्लायर कितना हो गया 5 आंसर इज C नेक्स्ट इज फॉर द डिमांड फंक्शन x is equal to 100 minus 4p minus 2p square the price elasticity of demand at p is equal to 5 is अच्छा प्राइस इलास्टिसिटी ਲੱਭਣੀ ਆਪਾਂ प्राइस इलास्टिसिटी ਲੱਭਣ ਦੇ ਲਈ ਕੀ ਕਰਾਂਗੇ ਸਭ ਤੋਂ ਪਹਿਲੇ ਫਾਰਮੂਲਾ ਲਿਖ ਲਓ dx divided by dp into p divided by x ਸਾਡੇ ਕੋਲੇ p ਦਿੱਤਾ ਹੋਇਆ ਹੈ 5 ਆਪਾਂ x ਦੀ ਵੈਲਿਊ ਫਾਈਂਡ ਆਊਟ ਕਰਾਂਗੇ ਕੀ ਕਰੋ p ਨੂੰ ਪੁੱਟ ਕਰੋ x ਦੇ ਵਿੱਚ x ਫੰਕਸ਼ਨ when p is equal to 5 is equal to 100 minus 4 p ਦੀ ਜਗ੍ਹਾ ਤੇ ਹੁਣ 5 ਲਿਖਾਂਗੇ ਆਪਾਂ into 5 minus 2 into 5 square 100 minus b minus 50 100 minus 70 is equal to 30 ਤਾਂ x ਦੀ ਵੈਲਿਊ ਆ ਗਈ ਮੇਰੇ ਕੋਲ 30 p ਦੀ ਵੈਲਿਊ 5 ਹੈ ਹੁਣ ਆਪਾਂ ਪਤਾ ਕਰਾਂਗੇ ਵੈਲਿਊ dx ਡਿਵਾਈਡ ਬਾਈ dt ਦੀ x ਫੰਕਸ਼ਨ ਜਿਹੜਾ ਸਾਨੂੰ ਦਿੱਤਾ ਹੋਇਆ ਹੈ ਇਹਨੂੰ ਆਪਾਂ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ p ਕੀ ਬਣੂਗਾ ਡੈਰੀਵੇਟਿਵ -4 ਮਾਈਨਸ 2 to 4p ਇਹ ਮੇਰੇ ਕੋਲ ਡੈਰੀਵੇਟਿਵ ਆ ਗਿਆ ਹੁਣ ਮੈਂ ਡੈਰੀਵੇਟਿਵ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਐਟ p ਇਜ਼ ਇਕੁਅਲ ਟੂ 5 -4 ਮਾਈਨਸ 20 ਇਕੁਅਲ ਟੂ -24 ਹੁਣ ਸਾਰਿਆਂ ਨੂੰ ਪੁੱਟ ਡਾਊਨ ਕਰ ਦੂੰਗਾ ਮੈਂ ਫਾਰਮੂਲੇ ਦੇ ਵਿੱਚ ਫਾਰਮੂਲਾ ਕੀ ਸੀਗਾ dx ਡਿਵਾਈਡ ਬਾਈ dp ਇੰਟੂ p ਡਿਵਾਈਡ ਬਾਈ x dx ਬਾਈ dp ਦੀ ਵੈਲਿਊ ਆ ਗਈ ਮੇਰੇ ਕੋਲ -24 ਇੰਟੂ p ਦੀ ਵੈਲਿਊ ਦਿੱਤੀ ਹੋਈ ਹੈ 5 ਡਿਵਾਈਡ ਬਾਈ x ਦੀ ਵੈਲਿਊ ਹੈਗੀ ਹੈ 30 5 6 30 6 ਚੌਕਾ 24 ਆਨਸਰ ਆ ਗਿਆ -4 ਠੀਕ ਹੈ ਬਟ ਤੁਸੀਂ ਆਪਸ਼ਨ ਦੇ ਵਿੱਚ ਦੇਖ ਰਹੇ ਹੋ ਮਾਈਨਸ ਨਹੀਂ ਦਿੱਤਾ ਹੋਇਆ ਤਾਂ ਆਪਾਂ ਇਹਦੀ ਐਬਸੋਲਿਊਟ ਵੈਲਿਊ ਲੈ ਲੈਂਦੇ ਹਾਂ ਕੀ ਆ ਜੂਗੀ 4 ਤਾਂ ਆਪਸ਼ਨ ਨੰਬਰ D ਜਿਹੜਾ ਹੈਗਾ ਕਰੈਕਟ ਆਨਸਰ ਹੈ 29th question is the standard deviation of natural number 1 to 5 is ਤਾਂ ਮੈਂ ਕੀ ਕਰਾਂਗਾ ਸਟੈਂਡਰਡ ਡੇਵੀਏਸ਼ਨ ਦਾ ਇੱਕ ਕੱਢਣ ਦਾ ਇੱਕ ਫਾਰਮੂਲਾ ਹੈ ਸਿੰਪਲ ਜਿਹਾ ਫॉर n natural numbers standard deviation is n square minus 1 divided by 12 under the root ठीक
n ਕੀ ਹੈ, ਨੰਬਰ ਆਫ ਟਰਮ ਜਿੰਨੀਆਂ ਸਾਨੂੰ ਦਿੱਤੀਆਂ ਹੋਣੀਆਂ। ਹੁਣ ਕੁਐਸਚਨ ਦੇ ਵਿੱਚ ਸਾਨੂੰ ਦਿੱਤੇ ਹੋਇਆ n = 5, ਆਪਾਂ ਪੁੱਟ ਕਰਾਂਗੇ 5² - 1 / 12, 25 - 1 / 12, 24/12 ਕੱਟ ਕੇ ਆ ਗਿਆ √2। ਅੱਛਾ, √2 ਦਾ ਹੁਣ ਸਾਨੂੰ √ ਕੱਢਣਾ ਨਹੀਂ ਆਉਂਦਾ ਮੰਨ ਲਓ। ਆਪਾਂ ਕੀ ਕਰਾਂਗੇ, ਦੇਖੋ ਆਪਸ਼ਨ ਦੇ ਵਿੱਚ ਕੀ ਹੈ, A 1.414 ਜਿਹੜਾ ਕਿ 2 ਤੋਂ ਛੋਟਾ ਹੈ, <2 ਹੈ। ਓਕੇ, ਸੈਕਿੰਡ ਆਪਸ਼ਨ 2 ਤੋਂ ਬੜਾ ਹੈ, ਤਾਂ √ ਦੇ ਵਿੱਚ ਅਗਰ 2 ਹੈ ਤਾਂ 2 ਤੋਂ ਬੜਾ ਆਨਸਰ ਸਾਡਾ ਨਹੀਂ ਆ ਸਕਦਾ, ਤਾਂ ਕਰਕੇ ਆਪਸ਼ਨ B ਜਿਹੜਾ ਹੈਗਾ ਉਹ ਗਲਤ ਹੋ ਜਾਂਦਾ ਸਾਡਾ। ਸਿਮਿਲਰਲੀ ਆਪਸ਼ਨ D ਵੀ ਬੜਾ ਹੈ, C ਵੀ ਬੜਾ ਹੈ, ਇੱਕੋ ਹੀ ਆਪਸ਼ਨ ਬਚ ਗਿਆ ਸਾਡੇ ਕੋਲੇ ਜੋ ਕਿ ਸਾਡਾ ਰਾਈਟ ਆਨਸਰ 1.414। ਅਗਰ ਤੁਸੀਂ 1.414 × 1.414 ਕਰੋਗੇ, ਗੁਣਾ ਕਰੋਗੇ ਦੋਨਾਂ ਨੂੰ, ਤਾਂ ਤੁਹਾਡਾ 2 ਆ ਜਾਊਗਾ ਸ਼ਾਇਦ ਆਨਸਰ, ਨੀਅਰ ਬਾਈ 2 ਆ ਜਾਊਗਾ। ਓਕੇ ਦੈਨ 30th question, in a normal distribution arithmetic mean plus quartile deviation AM plus minus quartile deviation would cover। ਅੱਛਾ, ਇਹਦੇ ਵਿੱਚ ਸਹੀ ਆਨਸਰ ਹੋਊਗਾ ਆਪਸ਼ਨ ਨੰਬਰ D 57.51% of the item। Question number 31 is the value of correlation coefficient is termed to be highly significant if ਜਿਹੜਾ correlation coefficient ਹੈ R is highly significant if R ਦੀ ਵੈਲਿਊ ਜਿਹੜੀ ਬੜੀ ਹੋਵੇ 6 × probable error। ਮਤਲਬ ਪ੍ਰੋਬੇਬਲ ਐਰਰ ਜਿੰਨਾ ਸਾਡਾ ਆਊਗਾ ਉਹਦੇ ਮਲਟੀਪਲਾਈ ਦੇ ਵਿੱਚ 6 ਨੂੰ 6 ਨਾਲ ਗੁਣਾ ਕਰਕੇ ਅਗਰ ਸਾਡੀ ਆਰ ਦੀ ਵੈਲਿਊ ਉਸ ਤੋਂ ਬੜੀ ਆ ਰਹੀ ਹੈ ਫਿਰ ਆਪਾਂ ਬੋਲਾਂਗੇ ਸਾਡਾ ਆਰ ਜਿਹੜਾ ਹੈਗਾ ਇਜ਼ ਹਾਈਲੀ ਸਿਗਨੀਫਿਕੈਂਟ। ਅਤੇ ਸਹੀ ਆਨਸਰ ਹੋ ਜਾਊਗਾ ਆਰ ਇਜ਼ ਮਚ ਗ੍ਰੇਟਰ ਦੈਨ ਆਪਸ਼ਨ ਨੰਬਰ ਡੀ, ਆਰ ਇਜ਼ ਮਚ ਗ੍ਰੇਟਰ ਦੈਨ 6 PER। ਕੁਐਸਚਨ ਨੰਬਰ 34 ਦਾ ਵੈਲਿਊ ਆਫ ਕੋਰੀਲੇਸ਼ਨ ਕੋਫੀਸ਼ੀਐਂਟ ਕਾਫੀ ਈਜ਼ੀ ਹੈ, ਸਾਨੂੰ ਪਤਾ ਇਹਦੀ ਵੈਲਿਊ ਕਿੰਨੀ ਹੁੰਦੀ ਹੈ -1 to 1। Question number 33, the ranks according to 2 attributes in a sample are given below। ਦੋ ਸਾਨੂੰ ਸੈਂਪਲ ਦਿੱਤੇ ਹੋਏ ਨੇ R1 ਤੇ R2। the rank correlation between them is, ਰੈਂਕ ਕੋਰੀਲੇਸ਼ਨ ਦਾ ਫਾਰਮੂਲਾ ਜਿਹੜਾ ਹੈਗਾ, ਅੱਛਾ ਫਾਰਮੂਲਾ ਲਗਾਉਣ ਦੀ ਲੋੜ ਹੀ ਨਹੀਂ ਅਗਰ ਤੁਸੀਂ ਧਿਆਨ ਦੇ ਨਾਲ ਦੇਖੋਗੇ। ਪਹਿਲੀ ਸੀਰੀਜ਼ ਜਿਹੜੀ ਹੈਗੀ ਦੇਖੋ 1 2 3 4 5, ਪਹਿਲੀ ਸੀਰੀਜ਼ ਨੂੰ ਧਿਆਨ ਦੇ ਨਾਲ ਦੇਖੋ 1 2 3 4 5। ਦੂਜੀ ਸੀਰੀਜ਼ ਕੀ ਹੈ 5 4 3 2 1। ਮਤਲਬ ਕੀ ਹੈ ਦੋਨੋਂ ਇੱਕੋ ਜਿਹੀਆਂ ਸੀਰੀਜ਼ ਹੈ, ਇੱਕ ਜਿਹੜੀ ਹੈਗੀ ਉਹ ਇਨਕਰੀਜ਼ ਹੋ ਰਹੀ ਹੈ, ਇੱਕ ਜਿਹੜੀ ਹੈਗੀ ਉਹ ਡਿਕਰੀਜ਼ ਹੋ ਰਹੀ ਹੈ। ਇਸ ਕਰਕੇ ਇਹਦਾ ਆਨਸਰ ਜਿਹੜਾ ਹੈਗਾ ਉਹ ਪਰਫੈਕਟ ਵਿੱਚ ਆਊਗਾ 1 ਆਊਗਾ। ਹੁਣ 1 ਕਿਹੜਾ ਆਊਗਾ ਪਲੱਸ ਜਾਂ ਮਾਈਨਸ? ਪਲੱਸ 1 ਉਦੋਂ ਆਉਣਾ ਸੀਗਾ ਜਦੋਂ ਦੋਨਾਂ ਐਟਰੀਬਿਊਟਸ ਦੀ ਡਾਇਰੈਕਸ਼ਨ ਜਿਹੜੀ ਹੈਗੀ ਉਹ ਸੇਮ ਹੁੰਦੀ, ਤਾਂ ਡਾਇਰੈਕਸ਼ਨ ਜਿਹੜੀ ਹੈਗੀ ਉਹ ਉਲਟੀ ਹੈ, ਇਸ ਕਰਕੇ ਆਪਾਂ ਕੀ ਲਿਖਾਂਗੇ ਇਹਨੂੰ -1। ਤਾਂ ਸਹੀ ਆਨਸਰ ਆ ਜਾਊਗਾ ਸਾਡਾ C = -1। 34th question, if the value of R is computed to be 0.8, R ਕਿੰਨਾ 0.8, it implies that ਅਗਰ R ਸਾਨੂੰ ਦਿੱਤਾ ਹੋਇਆ 0.8 ਤਾਂ ਕੋਫੀਸ਼ੀਐਂਟ ਆਫ ਡਿਟਰਮੀਨੇਸ਼ਨ ਕੀ ਹੁੰਦਾ ਹੈ, ਹੁੰਦਾ ਹੈ R²। ਇਹਦਾ ਸਕੁਏਅਰ ਕਰ ਦਾਂਗੇ 0.8 ਦਾ ਸਕੁਏਅਰ 8 8 64 64। ਹੁਣ ਪੁਆਇੰਟ ਜਿਹੜਾ ਹੈਗਾ 2 ਬਾਅਦ ਲਾ ਦਾਂਗੇ ਤਾਂ ਆਨਸਰ ਆ ਗਿਆ ਮੇਰਾ 0.64। ਮਤਲਬ ਕੋਫੀਸ਼ੀਐਂਟ ਆਫ ਡਿਟਰਮੀਨੇਸ਼ਨ ਜਿਹੜਾ ਹੈਗਾ 64% ਆਈਟਮ ਨੂੰ ਉਹ ਐਕਸਪਲੇਨ ਕਰ ਪਾ ਰਿਹਾ ਹੈ, ਠੀਕ ਹੈ, ਇਟ ਇਜ਼ ਐਕਸਪਲੇਨਡ ਵੇਰੀਏਸ਼ਨ। ਤਾਂ ਸਾਡਾ ਸਹੀ ਆਨਸਰ ਆ ਜਾਊਗਾ 64% ਆਫ ਦ ਡਾਟਾ ਆਰ ਐਕਸਪਲੇਨਡ, ਆਪਸ਼ਨ ਨੰਬਰ C। 35th is which of the following is correct in case of relationship between standard deviation and range। ਅੱਛਾ ਫਾਰਮੂਲਾ ਕੀ ਹੁੰਦਾ ਜੀ, ਰੇਂਜ ਇਜ਼ ਇਕੁਅਲ ਟੂ ਜਿਹੜਾ ਆਪਾਂ ਪੜ੍ਹਿਆ ਹੋਇਆ ਰੇਂਜ ਇਜ਼ ਇਕੁਅਲ ਟੂ 6 × ਸਟੈਂਡਰਡ ਡੇਵੀਏਸ਼ਨ, ਠੀਕ ਹੈ। ਰੇਂਜ ਇਜ਼ ਇਕੁਅਲ ਟੂ 6 ਸਟੈਂਡਰਡ ਡੇਵੀਏਸ਼ਨ, 6 ਸਟੈਂਡਰਡ ਡੇਵੀਏਸ਼ਨ ਦੇ ਬਰਾਬਰ ਹੁੰਦੀ ਹੈ ਰੇਂਜ ਦੀ ਵੈਲਿਊ। ਅਪਰੋਕਸੀਮੇਸ਼ਨ ਹੈ ਇਹ, ਮਤਲਬ ਐਗਜ਼ੈਕਟ ਫਾਰਮੂਲਾ ਨਹੀਂ ਹੈਗਾ। ਤਾਂ ਸਟੈਂਡਰਡ ਡੇਵੀਏਸ਼ਨ ਇਜ਼ ਇਕੁਅਲ ਟੂ ਰੇਂਜ ਡਿਵਾਈਡ ਬਾਏ 6। ਤਾਂ ਸਹੀ ਆਨਸਰ ਆ ਜਾਊਗਾ ਸਾਡਾ ਆਪਸ਼ਨ ਨੰਬਰ A
ऑप्शन नंबर ए। तो ऑप्शन नंबर ए जिहड़ा हैगा वो सही आंसर है। स्टैंडर्ड डेविएशन इज इक्वल टू 1/6 रेंज या फिर रेंज डिवाइड बाय 6। क्वेश्चन नंबर 36, द सैंपल ए एंड बी हैव द सेम स्टैंडर्ड डेविएशन। सैंपल है साढ़े कोल दो, ए सैंपल बी, दोहां दी स्टैंडर्ड डेविएशन सेम है, तो मैं सिग्मा ही लिख रहा दोनों नू। बट द मीन ऑफ ए इज़ ग्रेटर दैन बी। हुण जिहड़ा मीन है ए दा बी तो ग्रेटर है। द कोफिशेंट ऑफ वेरिएशन ऑफ ए, जिहड़ा इहदा मीन है मान लो x1 तो इहदा मीन है x2, x1 इज़ ग्रेटर दैन x2। अगर x1 बड़ा होगा x2 तो उपर वाला जिहड़ा उपर वाली आइटम है सिग्मा वो सेम है दोनों दे विच, तां किहड़ी की होगा, सिग्मा डिवाइड बाय x1 छोटा होगा सिग्मा डिवाइड बाय x2 तो। ठीक, सो साडा सही आंसर होगा द कोफिशिएंट ऑफ वेरिएशन ऑफ ए इज़ लेस दैन दैट ऑफ बी, ऑप्शन नंबर बी। क्वेश्चन नंबर 37, सम ऑफ डेविएशन ऑफ द आइटम फ्रॉम द डैश इज़ ऑलवेज जीरो। सानू पता ही आना है अर्थमैटिक मीन या फिर ऑप्शन नंबर बी कल्ला मीन। ठीक, मीन कल्ले मीन आप अर्थमैटिक मीन ही मानते हैं, तो सही आंसर आ जाऊगा ऑप्शन नंबर बी मीन। क्वेश्चन नंबर 38, विच ऑफ द फॉलोइंग आर द ऑब्जेक्टिव्स ऑफ द कमीशन फॉर एग्रीकल्चर कॉस्ट एंड प्राइजेस। CACP दे कहते ऑब्जेक्टिव किहड़े ने। ऑब्जेक्टिव देते हैं टू स्टेबलाइज एग्रीकल्चर प्राइजेस, यस। टू एनश्योर मीनिंगफुल रियल इनकम गिवन टू द फार्मर्स, यस। टू प्रोटेक्ट द इंटरेस्ट ऑफ कंज्यूमर्स बाय प्रोवाइडिंग एसेंशियल कमोडिटीज़ एट रीजनेबल रेट्स थ्रू PDS पब्लिक डिस्ट्रीब्यूशन सिस्टम, ये भी सही है जी। टू एनश्योर मैक्सीमम प्राइस, मैक्सीमम नहीं होंदा मिनिमम होंदा है, ठीक है, MSP मिनिमम। ठीक, सपोर्ट प्राइस अगर आप मैक्सीमम की गल करते हैं तो मैक्सीमम जिहड़ा हैगा वो की बन जूगा साडा सीलिंग, जिहड़े इकनॉमिक्स दे विच आप पढ़ते हैं ना प्राइस सीलिंग, तो मैक्सीमम अगर आप प्राइस रखिया वो सीलिंग बन जूगा, मिनिमम प्राइस रखिया तो फ्लोर बन जूगा। तो ऑप्शन नंबर जिहड़ा हैगा डी साडा गलत हो जाता इत्थे, डी वाले कट दिंदे आपां, बी भी गया डी भी गया, मतलब फोर्थ वाले ऑप्शन कट दिंदे आ, सी भी गया, साडा सही आंसर आ जाऊगा ऑप्शन नंबर ए 1, 2 एंड 3। 39th, विच ऑफ द फॉलोइंग वर एम्स बिहाइंड द सैटिंग ऑफ द WTO। पहला जी प्रमोशन ऑफ फ्री ट्रेड एंड रिसोर्स फ्लो अक्रॉस कंट्रीज़, हाँ जी फ्री ट्रेड प्रमोट करता है। प्रोटेक्शन ऑफ इंटलैक्चुअल प्रॉपर्टी राइट IPR नू प्रोटेक्ट करता है। मैनेजिंग ट्रेड बिटवीन डिफरेंट कंट्रीज़, ट्रेड नू मैनेज करता है। प्रमोशन ऑफ ट्रेड बिटवीन द फॉर्मर ईस्ट ब्लॉक, प्रमोशन ऑफ द ट्रेड बिटवीन द फॉर्मर ईस्ट ब्लॉक कंट्रीज़ एंड द वैसटर्न वर्ल्ड, ये जिहड़ा हैगा ये WTO के एम विच सानू देखने को नहीं मिलता, इस करके आप फोर्थ नू कैंसल आउट कर देंगे। अच्छा हुण तिन्ने ऑप्शन देख रहे हैं, तिन्ने ऑप्शन सही है, तो आप ऑप्शन नंबर 3 सिलेक्ट करते हैं, C 1, 2 एंड 3। ओके, 40th, रीजनल रूरल बैंक्स RRB जिन्होंने आप बोलते हैं हैव लिमिटेड एरिया ऑफ ऑपरेशन, यस दे आर रीजनल, ताही तो नाम च रीजनल है ना। हैव फ्री एक्सैस टू लिबरल रीफाइनेंस, रीफाइनेंस कौन करता है इनू, नाबार्ड, सही है जी, नाबार्ड रीफाइनेंस करता है RRBs नू। आर रिक्वायर्ड टू लैंड ओनली टू वीकर सैक्शन, कुछ हद तक सही है, पर ओनली जिहड़ा शब्द है ये करके गलत हो गया, मतलब ये केस दे विच 75% इन्हों जिहड़ा अपना लोन है वो जिहड़े RBI द्वारा सैक्शन निर्धारित किए गए हैं एग्रीकल्चर नूं दिता जाता है, MSME नूं या गरीब लोगों नूं दिता जाता, बट इसका मतलब ये नहीं कि 100% दे रहा, राइट। तां करके ऑप्शन नंबर 3 जिहड़ा हैगा वो कैंसल आउट हो जाऊगा, 3 वाले नूं कैंसल करता, तो फस्ट एंड सैकेंड जिहड़ा हैगा सही है ऑप्शन नंबर C, 40th दा ऑप्शन नंबर C। क्वेश्चन नंबर 41, लिस्ट 1 विद लिस्ट 2 दा मैच करनी आपां, नाबार्ड RIDF RRB KCC किसान क्रेडिट कार्ड। नाबार्ड जिहड़ा हैगा साडा बनदा 1982 दे विच, RIDF जिहड़ी हैगी स्कीम वो लॉन्च हुंदी है 1995 दे विच, RRB रीजनल रूरल बैंक साडे बनदे ने 1975 दे विच, किसान क्रेडिट कार्ड जिहड़े हैगे वो बनदे ने 1999 दे विच। तो इसदा सही आंसर हो जाऊगा ਇਹਦਾ ਸੈਕਿੰਡ,
ਇੱਕੋ ਹੀ ਆਪਸ਼ਨ ਹੈ ਮੇਰੇ ਕੋਲ, A ਦਾ ਸੈਕਿੰਡ, B ਦਾ ਫਸਟ, C ਦਾ 4, D ਦਾ 3, ਆਪਸ਼ਨ ਨੰਬਰ B। 42nd question ਹੈ, which of the following committees has been set up in India for identification of BPL families in urban areas? ਹੁਣ ਇਹ ਸਾਰੀਆਂ ਕਮੇਟੀਜ਼ ਜਿਹੜੀਆਂ ਹੈਗੀਆਂ ਹੈ ਇਹ ਪੋਵਰਟੀ ਰਿਲੇਟਡ ਕਮੇਟੀਜ਼ ਹੈ। ਇੱਕ ਮੈਂ ਵੀਡੀਓ ਵੀ ਬਣਾਈ ਹੋਈ ਹੈ ਸੈਪਰੇਟ ਕਮੇਟੀਜ਼ ਦੇ ਰਿਗਾਰਡਿੰਗ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ, ਕਈ ਵਾਰ ਉਹ ਵੀ ਪੁੱਛ ਲੈਂਦੇ ਨੇ ਐਗਜ਼ਾਮ ਦੇ ਵਿੱਚ। ਤਾਂ ਪੋਵਰਟੀ ਰਿਲੇਟਡ ਸਾਰੀ ਕਮੇਟੀਆਂ ਜਿਹੜੀਆਂ ਹੈਗੀਆਂ ਇਹਨਾਂ ਵਿੱਚੋਂ ਸਿਰਫ ਇੱਕੋ ਹੀ ਕਮੇਟੀ ਹੈ ਹਾਸ਼ਿਮ ਕਮੇਟੀ, ਜਿਹਨੇ ਕਿ BPL ਦੀ ਗੱਲ ਕੀਤੀ। ਠੀਕ ਹੈ, ਕਿ BPL ਨੂੰ ਆਪਾਂ ਕਿਵੇਂ ਆਇਡੈਂਟੀਫਾਈ ਕਰਨਾ, ਬਿਲੋ ਪੋਵਰਟੀ ਲਾਈਨ ਜਿਹੜੇ ਲੋਕ ਹੈ ਉਹਨੂੰ ਆਪਾਂ ਕਿਵੇਂ ਆਇਡੈਂਟੀਫਾਈ ਕਰਨਾ ਹੈ। ਬਾਕੀ ਤਿੰਨੇ ਕਮੇਟੀਆਂ ਨੇ ਜਿਹੜੀ ਮੈਥਡੋਲੋਜੀ ਬਣਾਈ ਉਹ ਓਵਰਆਲ ਪੋਵਰਟੀ ਨੂੰ ਲੈ ਕੇ ਬਣਾਈ। ਠੀਕ ਹੈ, ਇਸ ਕਰਕੇ ਸਹੀ ਆਨਸਰ ਹੋ ਜਾਊਗਾ ਆਪਸ਼ਨ ਨੰਬਰ D। ਅਰੇਂਜ ਦਾ ਕ੍ਰੋਨੋਲੋਜੀਕਲ ਆਰਡਰ ਔਨ ਦਾ ਲਾਂਚਿੰਗ ਆਫ 3 ਸਕੀਮ। ਹੁਣ ਇਹ ਤਿੰਨੇ ਸਕੀਮਾਂ ਜਿਹੜੀਆਂ ਹੈਗੀਆਂ ਇਹ ਇੰਪਲੋਇਮੈਂਟ ਦੀ ਸਕੀਮਾਂ ਹੈ, ਇੰਪਲੋਇਮੈਂਟ ਦੀਆਂ। ਪਹਿਲੀ ਸਕੀਮ TRYSEM, ਇਹਦਾ ਫੁੱਲ ਫਾਰਮ ਹੈ ਜੀ ਟ੍ਰੇਨਿੰਗ ਆਫ, ਮੈਂ ਫੁੱਲ ਫਾਰਮ ਲਿਖ ਰਿਹਾ ਨਾਲ ਦੀ ਨਾਲ, ਰੂਰਲ ਯੂਥ ਫॉर ਸੈਲਫ ਇੰਪਲੋਇਮੈਂਟ। ਇਹ ਕਦੋਂ ਲਾਂਚ ਹੁੰਦੀ ਹੈ ਜੀ 1979। ਦੈਨ ਸੈਕਿੰਡ 'ਤੇ ਹੈ ਮੇਰੇ ਕੋਲ RLEGP, ਰੂਰਲ ਲੈਂਡਲੈਸ ਇੰਪਲੋਇਮੈਂਟ ਗਾਰੰਟੀ ਪ੍ਰੋਗਰਾਮ। ਇਹ ਕਦੋਂ ਲਾਂਚ ਹੁੰਦੀ ਹੈ 1983 ਦੇ ਵਿੱਚ। ਇਸ ਤੋਂ ਬਾਅਦ ਲਾਂਚ ਹੁੰਦੀ ਹੈ ਜਵਾਹਰ ਰੋਜ਼ਗਾਰ ਯੋਜਨਾ 1989 ਦੇ ਵਿੱਚ। ਫੋਰਥ ਵਿੱਚ ਸਾਡੇ ਕੋਲ EAS, ਜਿਹਦਾ ਫੁੱਲ ਫਾਰਮ ਹੈ ਇੰਪਲੋਇਮੈਂਟ ਅਸ਼ੋਰੈਂਸ ਸਕੀਮ, ਲਾਂਚ ਹੋਈ ਸੀਗੀ 1993 ਦੇ ਅਰਾਊਂਡ। ਓਕੇ, ਦੈਨ ਸਭ ਤੋਂ ਪਹਿਲੇ ਸੈਕਿੰਡ ਆ ਗਿਆ ਸਾਡਾ, ਸੈਕਿੰਡ ਵਾਲਾ ਅੱਛਾ ਆਹ ਕੈਂਸਲ ਹੋ ਗਿਆ, ਆਹ ਕੈਂਸਲ ਹੋ ਗਿਆ। ਲਾਸਟ ਵਾਲਾ ਦੇਖ ਲੈਂਦੇ ਹਾਂ, ਲਾਸਟ ਦੇ ਵਿੱਚ EAS ਫਸਟ ਲਾਸਟ ਹੈ, ਤਾਂ ਆਪਸ਼ਨ ਨੰਬਰ D ਜਿਹੜਾ ਹੈਗਾ ਉਹ ਕਰੈਕਟ ਆਨਸਰ ਹੈ। ਕੁਐਸਚਨ ਨੰਬਰ 44, ਦੋਜ਼ ਵੇਰੀਏਬਲਸ ਦੈਟ ਆਰ ਮੋਡਲ। Question number 44, those variables that the model try to explain are known as, ਜਿਹੜਾ ਮੋਡਲ ਐਕਸਪਲੇਨ ਕਰਦਾ ਵੇਰੀਏਬਲ ਦੇ ਵਿੱਚ, ਜਿਹੜੇ ਵੇਰੀਏਬਲ ਤੁਹਾਨੂੰ ਮੋਡਲ ਦੇ ਵਿੱਚ ਦਿੱਤੇ ਹੋਏ ਨੇ ਉਹ ਆਪਾਂ ਬੋਲਦੇ ਹਾਂ ਐਂਡੋਜੀਨੀਅਸ ਵੇਰੀਏਬਲ। ਅਤੇ ਜਿਹੜੇ ਵੇਰੀਏਬਲ ਮੋਡਲ ਦੇ ਬਾਹਰ ਹੁੰਦੇ ਨੇ ਜਿਹੜੇ ਕਿ ਅਫੈਕਟ ਕਰਦੇ ਨੇ ਮੋਡਲ ਨੂੰ ਫਿਰ ਵੀ, ਜਿਹਨੂੰ ਆਪਾਂ ਅਜ਼ਿਊਮ ਕਰਦੇ ਹਾਂ, ਉਹ ਹੈਗੇ ਹੈ ਐਗਜ਼ੋਜੀਨੀਅਸ ਵੇਰੀਏਬਲ। ਸਹੀ ਆਨਸਰ ਹੋ ਜਾਊਗਾ ਆਪਸ਼ਨ ਨੰਬਰ B ਐਂਡੋਜੀਨੀਅਸ ਵੇਰੀਏਬਲ। Question number 45, who among the following was not the winner of Nobel Prize in Macroeconomics? Macroeconomics ਦੇ ਵਿੱਚ ਕਹਿੰਦਾ ਕਿਹੜਾ ਇਨਸਾਨ ਹੈ ਜਿਹੜਾ ਨੋਬਲ ਪ੍ਰਾਈਜ਼ ਨਹੀਂ ਜਿੱਤਿਆ। ਇਹਨਾਂ ਚਾਰਾਂ ਚੋਂ ਫਰੀਡਮੈਨ ਨੇ ਵੀ ਜਿੱਤਿਆ ਹੈ, ਟੋਬਿਨ ਨੇ ਵੀ ਜਿੱਤਿਆ ਹੈ, ਲੂਕਾਸ ਨੇ ਵੀ। ਫਿਲਿਪਸ ਇੱਕ ਬੰਦਾ ਹੈ ਜਿਹਦੀ ਆਪਾਂ ਫਿਲਿਪਸ ਕਰ ਪੜ੍ਹਦੇ ਹਾਂ ਇਕਨੋਮਿਕਸ ਦੇ ਵਿੱਚ, ਜਿਹਨੂੰ ਕਿ ਨੋਬਲ ਪ੍ਰਾਈਜ਼ ਨਹੀਂ ਮਿਲਿਆ। ਦੈਨ 46 ਇਜ਼ GDP ਡਿਫਲੇਟਰ ਇਜ਼, GDP ਡਿਫਲੇਟਰ ਦਾ ਫਾਰਮੂਲਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ, ਨੋਮੀਨਲ GDP ਡਿਵਾਈਡ ਬਾਏ ਰੀਅਲ GDP। ਤਾਂ ਨੋਮੀਨਲ GDP ਡਿਵਾਈਡ ਬਾਏ ਰੀਅਲ GDP ਆਪਸ਼ਨ ਨੰਬਰ A ਜਿਹੜਾ ਹੈ ਕਰੈਕਟ ਆਨਸਰ ਹੈ। 47th, ਇਫ ਐਨ ਇੰਡੀਅਨ ਰੈਜ਼ੀਡੈਂਟ ਓਨ ਐਨ ਅਪਾਰਟਮੈਂਟ ਇਨ ਨਿਊਯਾਰਕ। ਅੱਛਾ, ਰੈਜ਼ੀਡੈਂਟ ਕਿੱਥੇ ਦਾ ਜੀ? ਇੰਡੀਆ ਦਾ ਹੈ। ਦਾ ਰੈਂਟਲ ਇਨਕਮ ਹੀ ਅਰਨਸ ਇਟਸ ਏ ਪਾਰਟ ਆਫ GDP ਦਾ ਪਾਰਟ ਨਹੀਂ ਆਉਣਾ, ਕਿਉਂਕਿ ਆਪਾਂ ਇੰਡੀਆ ਦੇ ਵਿੱਚ ਇੰਡੀਆ ਦੀ ਗੱਲ ਕਰਾਂਗੇ ਤਾਂ ਉਹ ਕੀ ਹੋਊਗਾ ਇੰਡੀਅਨ GNP ਗ੍ਰੋਸ ਨੈਸ਼ਨਲ ਪ੍ਰੋਡਕਟ ਦਾ ਪਾਰਟ ਹੈ ਉਹ। 48th, ਨੈਸ਼ਨਲ ਇਨਕਮ ਇਜ਼, ਨੈਸ਼ਨਲ ਇਨਕਮ ਦਾ ਫਾਰਮੂਲਾ ਹੁੰਦਾ ਨੈਟ ਨੈਸ਼ਨਲ ਪ੍ਰੋਡਕਟ, ਠੀਕ ਹੈ ਜੀ, ਮਾਈਨਸ indirect business taxes, option number C. 49th, in national income accounting, consumption of fixed capital is known as, ਇਹਦਾ ਆਨਸਰ ਹੈ option number C depreciation। depreciation ਨੂੰ ਆਪਾਂ ਬੋਲਦੇ ਹਾਂ consumption of fixed capital, ਜਿਹਦੇ ਵਿੱਚ ਆਪਾਂ wear and tear ਨੂੰ include ਕਰਦੇ ਹਾਂ। ਓਕੇ, 50th question,
ਨੋਮੀਨਲ ਇੰਟਰਸਟ ਰੇਟ ਦਿੱਤਾ ਹੋਇਆ ਜੀ 8%, ਨੋਮੀਨਲ ਇੰਟਰਸਟ ਰੇਟ 8% ਹੈ। ਇਨਫਲੇਸ਼ਨ ਜਿਹੜੀ ਹੈਗੀ ਉਹ ਦਿੱਤੀ ਹੋਈ ਹੈ 2%। ਰੀਅਲ ਇੰਟਰਸਟ ਰੇਟ ਪਤਾ ਕਰਨਾ ਹੈ, ਰੀਅਲ ਇਜ਼ ਇਕੁਅਲ ਟੂ ਨੋਮੀਨਲ माइनस इन्फ्लेशन इज इक्वल टू 8 माइनस 2 6%। तो सही आंसर है ऑप्शन नंबर सी 6%। आई होप थोनू ये वीडियो अच्छी लगी होगी। बाकी नैक्सट पार्ट मैं अगली वीडियो दे विच अपलोड करदा। थैंक यू फॉर ज्वाइनिंग।